ਅੱਜ ਅਸੀਂ 1 ਮਈ 2020 ਦੇ ਲਈ ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਔਰ ਸਾਰੀ ਦੁਨੀਆ ਦੇ ਉੱਤੇ ਦੁੱਖ ਔਰ ਮੁਸੀਬਤਾਂ ਦੇ ਪਹਾੜ ਟੁੱਟੇ ਪਏ ਨੇ। ਸਾਰੀ ਦੁਨੀਆ ਦੀ ਅਰਥ ਵਿਵਸਥਾ ਡਾਵਾਡੋਲ ਹੋ ਚੁੱਕੀ ਹੈ ਔਰ इसके कारण इस बीमारी के कारण जी सारी दुनिया के उत्ते आई है। लोग घर च बंद हो गए ने, रोड खाली हो गए ने और आवाजाही रुक गई है और इस करके एक बीमारी के कारण पर अज असी कूच की किताब और उसका 15 अध्याय और उसकी असी 26 आयत नूं प्रभु के वचन के विचों पढ़ांगे। लवा जी जो मैं तुहाडे सामने कूच 15 की 26 पढ़न लग्या हाँ और लिखा है, और उसने आख्या तुसी रीच नाल यहोवा अपने परमेश्वर की आवाज़ सुनोगे और जेड़ा उस दियां अखां विच भला है तुसी ओ करोगे और उसके हुक्मां उत्ते कान लाओगे और उस दियां सारियां विधियां नूं मनोगे तां जेड़ियां बीमारियां मैं मिस्रियां उत्ते पाईयां ਹਨ ਉਹ ਤੁਹਾਡੇ ਉੱਤੇ नहीं पावांगा, क्यों जो मैं यहोवा तुहानू नरोया करन वाला हूं। मेरा जी जो अज दा टॉपिक है बीमारी अते खुदा दा वचन, तो असी मूसा दे विचों दी बोल रहे जमीन अते आसमान दे मालिक नूं जो साडा यहोवा परमेश्वर है और धरती दे उत्ते जदों आया तो उहदा नाम यीशु मसीह है। और जदों वो शरीर विच नहीं सी ते वो अग दा खंभा बन के, जाने कि जिस तरह एक पट्ठे की चिमनी हुंदी आ, इस तरह खुदा अग दा खंभा बन के इस कौम इसराइल दे अगे अगे चलदा सी और उन्हां नूं मिस्र विचों कढ के ते किनान जिन्नों अज असीं इसराइल कहंदे हां उत्थे लिआउण वाला सी। और रस्ते दे अंदर उन्होंने लाल समुंदर ने उन्होंने रोक दिता। ये लखां लोग सन, ये लखां लोग सी और ये तुरे आ रहे सी, कोई रोड नहीं सी इन्हां दे तुरन वास्ते, बस जंगलां बेईबानां दे विचों दी नंगे चले आ रहे सन। दसना चाहता इन्हां लोकां दे लई जिहड़े मिस्र दी गुलामी तो छुट के जिहड़े कनान जाने कि इसराइल दी धरती वल नूं आ रहे सन और रस्ते दे अंदर वो बहुत मजबूर हो गए। और जदों वो मजबूर हो गए क्योंकि पिछे मिस्री फौजा ने ते अगले बन्ने लाल समुंदर है जिन्हों इंग्लिश विच रेड सी आख्या जाता है। रेड सी काफी गहरा है और इसराइली बुजुर्ग भैणा बच्चे और उन्हां दे जवान बच्चे बच्चियां उन्हां दे जानवर उस लाल समुंदर दे विचों पार नहीं सी लंघ सकदे जद तक वो अग दा खंभा जिहड़ा उन्हां दे नाल नाल चलदा सी
ਜਿੰਨਾ ਚਿਰ ਉਹ ਉਹਨਾਂ ਦੀ ਸਹਾਇਤਾ ਨਹੀਂ ਕਰਦਾ, ਉਹ ਕਦੇ ਵੀ ਲਾਲ ਸਮੁੰਦਰ ਨੂੰ ਪਾਰ ਨਹੀਂ ਕਰ ਸਕਦੇ ਸਨ। ਮੇਰਾ ਜੀਜੋ, ਜਦੋਂ ਲਾਲ ਸਮੁੰਦਰ ਦੇ ਕੰਢੇ ਦੇ ਉੱਤੇ ਆ ਕੇ ਖੜੇ ਹੋ ਗਏ ਤੇ ਰੋ ਰਹੇ ਸਨ, ਔਰ ਮੈਂ ਪਿਛਲਾ ਹਿੱਸਾ ਤੁਹਾਨੂੰ ਦੱਸ ਰਿਹਾ ਹਾਂ, ਕੂਚ 15 ਤੋਂ ਪਿਛਲਾ ਮਤਲਬ 14ਵਾਂ ਅਧਿਆਇ ਦੱਸ ਰਿਹਾ ਹਾਂ, ਕਿਉਂਕਿ ਬੈਕਗਰਾਉਂਡ ਦੱਸਣੀ ਬੇਹੱਦ ਜ਼ਰੂਰੀ ਹੈ। ਜਦ ਲਾਲ ਸਮੁੰਦਰ ਇਹਨਾਂ ਦੇ ਅੱਗੇ ਸੀ, ਪਿੱਛੇ ਇਹਨਾਂ ਦੇ ਮਿਸਰੀ ਫੌਜਾਂ ਸਨ, ਔਰ ਇਹ ਲੋਕ ਵਿਚਕਾਏ ਸਨ। ਔਰ ਇਸ ਤਰ੍ਹਾਂ ਹੋ ਗਿਆ ਸੀ ਜਿਸ ਤਰ੍ਹਾਂ ਮੌਤ ਦੀ ਛਾਂ ਦੀ ਵਾਦੀ ਵਿੱਚ ਬੈਠੇ ਹੋਣ। ਔਰ ਲੋਕ ਮੂਸਾ ਨੂੰ ਕਹਿ ਰਹੇ ਸੀ ਕਿ ਸਾਡੇ ਲਈ ਮਿਸਰ ਵਿੱਚ ਕਬਰਾਂ ਨਹੀਂ ਸਨ, ਤੂੰ ਸਾਨੂੰ ਮਾਰਨ ਲਈ ਇੱਥੇ ਲੈ ਕੇ ਆਇਆ ਹੈ, ਇਹ ਤੂੰ ਸਾਡੇ ਨਾਲ ਕੀ ਕੀਤਾ? ਕੀ ਇਹ ਉਹੀ ਗੱਲ ਤੇ ਨਹੀਂ ਜਿਹੜੀ ਅਸਾਂ ਤੈਨੂੰ ਮਿਸਰ ਵਿੱਚ ਆਖੀ ਸੀ? ਉਹ 14:10 ਤੋਂ ਬੋਲ ਰਿਹਾ। ਔਰ ਇਹ ਉਹੀ ਗੱਲ ਤੇ ਨਹੀਂ ਸੀ ਜਿਹੜੀ ਅਸਾਂ ਤੈਨੂੰ ਮਿਸਰ ਵਿੱਚ ਆਖੀ ਸੀ, ਸਾਨੂੰ ਰਹਿਣ ਦੇ, ਉਜਾੜ ਵਿੱਚ ਮਰਨ ਨਾਲੋਂ ਸਾਨੂੰ ਇਹਨਾਂ ਮਿਸਰੀਆਂ ਦੀ ਟਹਿਲ ਕਰਨੀ ਚੰਗੀ ਹੈ। ਹੁਣ ਅਸੀਂ ਕੀ ਕਰੀਏ? ਤੂੰ ਸਾਨੂੰ ਇੱਥੇ ਲੈ ਕੇ ਆਇਆ ਹੈ, ਹੁਣ ਅਸੀਂ ਕੀ ਕਰ ਸਕਦੇ ਹਾਂ? ਔਰ ਮੂਸਾ ਜੋ ਉਹਨਾਂ ਦੇ ਅੱਗੇ ਚੱਲ ਰਿਹਾ ਸੀ, ਯਹੋਵਾ ਪਰਮੇਸ਼ਰ ਉਹਨਾਂ ਦੇ ਅੱਗੇ ਲੈ ਕੇ ਚੱਲ ਰਿਹਾ ਸੀ। ਇਹ ਕੌਣ ਸਨ? ਹੱਥ ਉਠਾ ਕੇ ਕਹਿਣਾ, ਇਹ ਇਸਰਾਏਲ ਕਲੀਸਿਆ ਸੀ। ਇਹ ਇਸਰਾਏਲ ਕਲੀਸਿਆ ਸੀ ਜਿਨ੍ਹਾਂ ਦੇ ਨਾਲ ਖੁਦਾ ਚੱਲ ਰਿਹਾ ਸੀ। ਔਰ 12 ਆਇਤ ਵਿੱਚ ਮੂਸਾ ਨੇ ਮਤਲਬ ਲੋਕਾਂ ਨੇ ਕਿਹਾ, ਇਹ ਉਹੀ ਗੱਲ ਤਾਂ ਨਹੀਂ ਜਿਹੜੀ ਅਸਾਂ ਤੈਨੂੰ ਮਿਸਰ ਵਿੱਚ ਆਖੀ ਸੀ, ਭਾਈ ਤੂੰ ਸਾਨੂੰ ਰਹਿਣ ਦੇ ਕਿ ਅਸੀਂ ਮਿਸਰੀਆਂ ਦੀ ਟਹਿਲ ਕਰੀਏ, ਕਿਉਂ ਜੋ ਸਾਨੂੰ ਮਿਸਰੀਆਂ ਦੀ ਟਹਿਲ ਕਰਨੀ ਉਜਾੜ ਵਿੱਚ ਮਰਨ ਨਾਲੋਂ ਚੰਗੀ ਸੀ। ਹੁਣ ਅਸੀਂ ਵੇਖਦੇ ਹਾਂ ਖੁਦਾ ਬੋਲਦਾ ਹੈ, ਔਰ ਮੂਸਾ ਦੇ ਵਿੱਚੋਂ ਦੀ ਬੋਲਦਾ ਹੈ। ਜਿਹੜੇ ਖੁਦਾ ਦੇ ਪਿੱਛੇ ਉਹ ਚੱਲੇ ਹੋਏ ਸਨ, ਉਹ ਬੰਦਾ ਨਹੀਂ ਸੀ, ਉਹ ਜ਼ਮੀਨ ਅਤੇ ਆਸਮਾਨ ਦਾ ਮਾਲਕ ਸੀ, ਉਹ ਸਮੁੰਦਰਾਂ ਦਾ ਮਾਲਕ ਸੀ, ਉਹ ਪਹਾੜਾਂ, ਨਦੀਆਂ, ਨਾਲਿਆਂ ਦਾ ਮਾਲਕ ਸੀ, ਜਿਹੜਾ ਮੂਸਾ ਦੇ ਵਿੱਚੋਂ ਦੀ ਬੋਲ ਰਿਹਾ ਸੀ। ਔਰ 13ਵੀਂ ਆਇਤ ਮੈਂ ਤੁਹਾਡੇ ਸਾਹਮਣੇ ਰੱਖ ਦੇਣੀ ਚਾਹੁੰਦਾ ਹਾਂ। ਲਿਖਿਆ, ਤਾਂ ਮੂਸਾ ਨੇ ਪਰਜਾ ਨੂੰ ਆਖਿਆ, ਨਾ ਡਰੋ, ਖੜੇ ਰਹੋ ਔਰ ਯਹੋਵਾ ਦੇ ਬਚਾਓ ਨੂੰ ਵੇਖੋ, ਜਿਹੜਾ ਅੱਜ ਦੇ ਦਿਨ ਤੁਹਾਡੇ ਲਈ ਕਰੇਗਾ। ਕਿਉਂਕਿ ਜਿਹੜੇ ਮਿਸਰੀ ਤੁਸੀਂ ਅੱਜ ਵੇਖਦੇ ਹੋ, ਫਿਰ ਸਦਾ ਤੀਕਰ ਕਦੇ ਨਾ ਵੇਖੋਗੇ। ਯਹੋਵਾ ਤੁਹਾਡੇ ਲਈ ਜੰਗ ਲੜੇਗਾ, ਪਰ ਤੁਸੀਂ ਚੁੱਪ ਹੀ ਰਹਿਣਾ। ਬਹੁਤ ਵੱਡਾ ਮਸਲਾ। ਪਿੱਛੇ ਮਿਸਰੀ ਫੌਜਾਂ ਪਤਾ ਨਹੀਂ ਕਿੰਨੇ ਕੁ ਰਾਤ ਧੂੜਾਂ ਪੁੱਟਦੇ ਆ ਰਹੇ ਸਨ ਇਸਰਾਈਲ ਨੂੰ ਮਾਰਨ ਦੇ ਲਈ। ਅਗਲੇ ਬੰਨੇ ਲਾਲ ਸਮੁੰਦਰ ਹੈ, ਔਰ ਜੋ ਅੱਗੇ ਪਿੱਛੋਂ ਡਰ ਕੇ ਅੱਗੇ ਭੱਜਦੇ ਨੇ ਤੇ ਅੱਗੇ ਲਾਲ ਸਮੁੰਦਰ ਡੂਬਦਾ ਹੈ। ਪਰ ਖੁਦਾ ਉਹਨਾਂ ਦੇ ਨਾਲ ਸੀ। ਭਾਵੇਂ ਉਹ ਮੁਸੀਬਤ ਵਿੱਚ ਸਨ, ਪਰ ਯਹੋਵਾ ਉਹਨਾਂ ਦੇ ਨਾਲ ਸੀ। ਔਰ ਮੂਸਾ ਕਹਿ ਰਿਹਾ ਹੈ, ਉਹ ਕਹਿ ਰਿਹਾ ਹੈ ਕਿ
यहोवा तुहाडे लई जंग लड़ेगा पर तुसां चुप ही रहना है। खुदा तुहाडे लई काम करेगा। सो मेरे अजीजो, जदों खुदा ने मूसा नूं कहा अपना टांगा लंबा कर, और उसने अपना टांगा लंबा किया और लाल समुद्र का पानी दो हिस्से होना शुरू हो गया, विचों पाट गया। और जेड़े इस्राएली सी वो सारे उस समुद्र दे विचों दी लंघ रहे सी। किस तरह? पानी इधर भी खड़ा है, पानी इधर भी खड़ा है, विचकाए दी रास्ता बनया होया है। और खुदा अपने लोकां नूं समुद्र दे विचों दी लैके जा रहा है। प्रभु तुहानूं ढेर सारी बरकत देवे। ये गल्लां जदों असीं पढ़दे हां ते साडा विश्वास डिगदा नहीं, बल्कि साडा विश्वास मजबूत हुंदा और असीं विश्वास विच तगड़े हुंदे। और जदों लाल समुद्र लंघ चुके और उन्होंने एक गीत गाया, मरियम ने डफली लई, हरून ते मूसा ये सारी प्रजा के सामने गा रहे सी, या रब तू मेरी पनाह है, सो तू है मेरी जान, खुदाबंद दे विच रहिंदी है, सो तेरा है मकान। सो तेरे उत्ते कदी भी ना आफत आवेगी, तो पाली तेरे डेरे विच कदी ना जावेगी। ये जबूर 91 जिहड़ा है ये उस वक्त दा है जदों उन्होंने लाल समुद्र नूं पार कीता। और अगले बन्ने 15 अध्याय पैंदा है। 14वां अध्याय जदों मुकदा है ते 15वां अध्याय बड़ी खुशी दे नाल शुरू हुंदा है भई असां लाल समुंदर, खुदा ने साडे सामने लाल समुंदर दो हिस्से कर दिता। खुदा ने साडे सामने मुसीबत टाल दी, खुदा ने साडे सामने रास्ता बना दिता और खुदा ने साडी बेहद मदद की। और 15 अध्याय दी 26 आयत मैं तुहाडे सामने पढ़नी चाहुंदा हां। और इत्थे लिखिया है, और उसने आख्या जे तुसी रीझ नाल यहोवा अपने परमेश्वर दी आवाज सुनोगे और जेड़ा ओदियां अखां विच भला है तुसी ओ करोगे और ओदे हुक्मां उत्ते कान लओगे और उस दियां सारियां विधियां नूं मनोगे ते जेड़ियां बीमारियां मैं मिस्रियां उत्ते पाईयां ने वो तुहाडे उत्ते नहीं पावांगा। मैं तुहाडा नरोया करन वाला परमेश्वर। मेरे अजीजो, बीमारियां क्यों आउंदियां ने? एडियां एडियां वड्डियां बावा क्यों आउंदियां ने? क्योंकि लोग खुदा छड्ड जांदे ने, लोग यहोवा परमेश्वर नूं छड्ड देंदे ने, ਉਹ ਆਪਣੀਆਂ ਮਰਜ਼ੀਆਂ ਸ਼ੁਰੂ ਕਰਦੇ ਨੇ। ਔਰ ਇਸ ਕਰਕੇ ਖੁਦਾ ਕਹਿੰਦਾ ਹੈ ਜਿਹੜੀਆਂ ਬਿਮਾਰੀਆਂ ਮੈਂ ਮਿਸਰੀਆਂ ਉੱਤੇ ਪਾਈਆਂ ਨੇ ਤੁਹਾਡੇ ਉੱਤੇ ਨਹੀਂ ਪਾਵਾਂਗਾ, ਪਰ ਜੇ ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ, ਮੇਰੇ ਹੁਕਮਾਂ ਨੂੰ ਮੰਨੋਗੇ, ਮੇਰੇ ਹੁਕਮਾਂ ਦੀ ਪਾਲਣਾ ਕਰੋਗੇ, ਮੇਰੀਆਂ ਵਿਧੀਆਂ ਨੂੰ ਮੰਨੋਗੇ और मेरे वचन नूं पूरा करोगे। और जे तुसी ये करोगे तो जेड़ियां बीमारियां मैं मिस्रियां उत्ते पाईयां तुहाडे उत्ते नहीं पावांगा। मैं अपनी अखां दे नाल, क्योंकि पुराने नेम दा यहोवा, नवे नेम दा यीशु मसीह है। नवें नेम विच पुराने नेम दा यहोवा, नवें नेम विच यीशु मसीह है।
ਇਸ ਕਰਕੇ ਅਸੀਂ ਵੇਖਦੇ ਹਾਂ ਕਿ ਜਿਹੜਾ ਯਹੋਵਾ ਪਰਮੇਸ਼ਰ ਉੱਥੇ ਕਹਿ ਰਿਹਾ ਸੀ, ਮੈਂ ਤੁਹਾਨੂੰ ਉਹਨਾਂ ਬਿਮਾਰੀਆਂ ਤੋਂ ਬਚਾ ਲਵਾਂਗਾ ਜਿਹੜੀਆਂ ਮੈਂ ਮਿਸਰੀਆਂ ਉੱਤੇ ਪਾਈਆਂ ਨੇ, ਤੁਹਾਡੇ ਉੱਤੇ ਨਹੀਂ ਪਾਵਾਂਗਾ। ਮੈਂ ਤੁਹਾਨੂੰ ਨਰੋਇਆ ਕਰਨ ਵਾਲਾ ਪਰਮੇਸ਼ਰ ਹਾਂ। ਔਰ ਅਸੀਂ ਵੇਖਦੇ ਹਾਂ ਕਿ ਜਦ ਉਹ ਯਹੋਵਾ ਦੇ ਵਿੱਚ ਆਇਆ, ਜਦ ਉਹ ਪਰਮੇਸ਼ਰ ਦੇ ਵਿੱਚ ਆਇਆ, ਔਰ ਦੇ ਵਿੱਚ ਜਦ ਆਇਆ ਉਹ ਪੁੱਤਰ ਰਖਵਾਇਆ, ਉਹ ਮਨੁੱਖ ਦਾ ਪੁੱਤਰ ਰਖਵਾਇਆ। ਔਰ ਫਿਰ ਉਹਨੇ ਕੀ ਕੀਤਾ ਹੈ? ਉਹਨੇ ਬਿਮਾਰੀਆਂ ਨੂੰ ਲੋਕਾਂ ਤੋਂ ਦੂਰ ਕੀਤਾ ਹੈ। ਇੱਕ ਆਇਤ ਤੁਹਾਡੇ ਸਾਹਮਣੇ ਦੇਣੀ ਚਾਹੁੰਦਾ ਹਾਂ। ਜਦ ਲਿਖਿਆ ਹੋਇਆ ਜਦੋਂ ਆਵੇਗਾ ਤੇ ਕਿਸ ਤਰ੍ਹਾਂ ਹੋਵੇਗਾ। ਇਹ ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਤੁਹਾਡੇ ਸਨਮੁਖ, ਤੁਹਾਡੀਆਂ ਅੱਖਾਂ ਦੇ ਸਾਹਮਣੇ ਇੱਕ ਆਇਤ ਪੜ੍ਹਨੀ ਚਾਹੁੰਦਾ ਹਾਂ। ਔਰ ਯਸ਼ਾਇਆ 35 ਹੈ ਜਿਹੜੀ ਮੈਂ ਤੁਹਾਡੇ ਸਾਹਮਣੇ ਪੜ੍ਹਨੀ ਚਾਹੁੰਦਾ। 35:4 ਹੈ। ਔਰ ਇੱਥੇ ਉਹੀ ਯਹੋਵਾ ਹੈ ਜਿਸ ਨੇ ਇਸਰਾਇਲ ਨੂੰ ਮਿਸਰ ਵਿੱਚੋਂ ਬਾਹਰ ਕੱਢਿਆ ਔਰ ਲਾਲ ਸਮੁੰਦਰ ਵਿੱਚੋਂ ਪਾਰ ਕੀਤਾ। ਔਰ ਇੱਥੇ ਉਹ ਕਹਿ ਰਿਹਾ ਹੈ, ਉਜਾੜ ਅਤੇ ਥਲ ਖੁਸ਼ੀ ਮਨਾਉਣਗੇ, ਰੜਾ ਮੈਦਾਨ ਬਾਗ ਬਾਗ ਹੋਵੇਗਾ। ਇਹ ਯਸ਼ਾਇਆ 35 ਦੀ ਪਹਿਲੀ ਆਇਤ ਹੈ। ਰੜਾ ਮੈਦਾਨ ਬਾਗ ਬਾਗ ਹੋਵੇਗਾ ਅਤੇ ਨਰਗਸ ਵਾਂਗੂ ਖਿੜੇਗਾ, ਉਹ ਬਹੁਤਾ ਖਿੜੇਗਾ ਅਤੇ ਤੁਸੀਂ ਖੁਸ਼ੀ ਔਰ ਜੈਕਾਰਿਆਂ ਨਾਲ ਬਾਗ ਬਾਗ ਹੋਵੋਗੇ। ਲਬਾਨੋਨ ਦੀ ਉਪਮਾ ਕਰਮਲ ਦੇ ਸ਼ਾਰੋਨ ਦੀ ਸ਼ਾਨ ਉਹਨੂੰ ਦਿੱਤੀ ਜਾਵੇਗੀ। ਉਹ ਯਹੋਵਾ ਦਾ ਪ੍ਰਤਾਪ, ਸਾਡੇ ਪਰਮੇਸ਼ਰ ਦੀ ਸ਼ਾਨ ਵੇਖਣਗੇ। ਔਰ ਲਿਖਿਆ, ਢਿੱਲੇ ਹੱਥਾਂ ਨੂੰ ਤਗੜੇ ਕਰੋ ਅਤੇ ਹਿਲਦਿਆਂ ਗੋਡਿਆਂ ਨੂੰ ਮਜ਼ਬੂਤ ਕਰੋ। ਧੜਕਦੇ ਦਿਲ ਵਾਲਿਆਂ ਨੂੰ ਆਖੋ, ਤਗੜੇ ਹੋਵੋ, ਨਾ ਡਰੋ, ਆਪਣੇ ਪਰਮੇਸ਼ਰ ਨੂੰ ਵੇਖੋ। ਉਹ ਬਦਲੇ ਨਾਲ ਸਗੋਂ ਵੱਟੇ ਨਾਲ ਪਰਮੇਸ਼ਰ ਦੇ ਵੱਟੇ ਨਾਲ ਆਵੇਗਾ। ਉਹ ਆਵੇਗਾ ਅਤੇ ਤੁਹਾਨੂੰ ਬਚਾਵੇਗਾ। ਤਦ ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ, ਬੋਲਿਆਂ ਦੇ ਕੰਨ ਖੁੱਲ ਜਾਣਗੇ। ਤਦ ਲੰਗਾ ਹਿਰਨ ਵਾਂਗੂ ਝੌਂਪੜੀਆਂ ਭਰੇਗਾ ਅਤੇ ਗੂੰਗੇ ਦੀ ਜ਼ੁਬਾਨ ਜੈ ਜੈਕਾਰ ਕਰੇਗੀ। ਖੁਦਾ ਪਿੱਛੇ ਵੀ ਰੋਗਾਂ ਤੋਂ ਬਚਾਉਂਦਾ ਚਲਾ ਆਇਆ ਹੈ ਔਰ ਅੱਜ ਵੀ ਉਹ ਬਚਾਉਣ ਦੀ ਸ਼ਕਤੀ ਰੱਖਦਾ ਹੈ। ਭਾਵੇਂ ਕਰੋਨਾ ਕਿੰਨਾ ਹੀ ਜ਼ਬਰਦਸਤ ਹੈ, ਪਰ ਜੇ ਤੁਹਾਡਾ ਵਿਸ਼ਵਾਸ ਮਸੀਹ ਯਿਸੂ ਤੇ ਹੈ ਤੇ ਪ੍ਰਭੂ ਯਿਸੂ ਮਸੀਹ ਤੁਹਾਨੂੰ ਬਚਾਵੇਗਾ। ਗੱਲ ਵਿਸ਼ਵਾਸ ਦੀ ਹੈ। ਗੱਲ ਇਹ ਨਹੀਂ ਭਈ ਇੱਕ ਬਿਮਾਰ ਆਦਮੀ ਵਿਸ਼ਵਾਸ ਨਾ ਕਰੇ ਤੇ ਆਖੇ ਮੈਨੂੰ ਇਸ ਤਰ੍ਹਾਂ ਚੰਗਾ ਕਰ ਦੋ। ਯਿਸੂ ਮਸੀਹ ਨੇ ਇੱਕ ਗੱਲ ਆਖੀ ਹੋਈ ਆ। ਉਹਨੇ ਕਿਹਾ, ਵਿਸ਼ਵਾਸ ਕਰਨ ਵਾਲਿਆਂ ਲਈ ਸਭੋ ਕੁਝ ਹੋ ਸਕਦਾ ਹੈ। ਔਰ ਅਸੀਂ ਵੇਖਦੇ ਹਾਂ ਜਦ ਯਿਸੂ ਮਸੀਹ ਕੰਨੇ ਦੇ ਲਾਗੇ ਖਲੋ ਗਿਆ ਔਰ ਤੁਹਾਡੇ ਸਾਹਮਣੇ ਯਹੋਨਾ ਨਾਵਾਂ ਅਧਿਆਇ ਰੱਖਣ ਲਈ ਜਾ ਰਿਹਾ ਹਾਂ। ਇਹ ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਯਹੋਨਾ ਨਾਵਾਂ ਅਧਿਆਇ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ ਕਿਉਂਕਿ ਲਿਖਿਆ, ਉਹ ਆਏਗਾ ਅਤੇ ਅੰਨ੍ਹਿਆਂ ਦੀਆਂ ਅੱਖਾਂ ਨੂੰ ਖੋਲ ਦੇਵੇਗਾ। ਲਿਖਿਆ, ਜਾਂ ਉਹ ਚਲਿਆ ਜਾਂਦਾ ਸੀ ਜਾਣੇ ਸਾਡਾ ਖੁਦਾਵੰਦ ਯਿਸੂ ਮਸੀਹ, ਤਾਂ ਉਸ ਨੇ ਇੱਕ ਮਨੁੱਖ ਨੂੰ ਵੇਖਿਆ ਜਿਹੜਾ ਜਮਾਂਦਰੂ ਅੰਨਾ ਸੀ। ਔਰ ਉਹਦੇ ਚੇਲਿਆਂ ਨੇ ਉਸ ਨੂੰ ਪੁੱਛਿਆ, ਸੁਆਮੀ ਜੀ, ਕਿੰਨੇ ਪਾਪ ਕੀਤਾ, ਇਹਨੇ ਜਾਂ ਇਹਦੇ ਮਾਪਿਆਂ ਨੇ ਜੋ ਇਹ ਅੰਨਾ ਜੰਮਿਆ ਹੈ? ਯਿਸੂ ਨੇ ਉੱਤਰ ਦਿੱਤਾ, ਨਾ ਤਾਂ ਇਸ ਨੇ ਪਾਪ ਕੀਤਾ ਨਾ ਇਹਦੇ
ਮਾਪਿਆਂ ਨੇ, ਪਰ ਇਸ ਲਈ ਹੋਇਆ ਜੋ ਪਰਮੇਸ਼ਰ ਦੇ ਕੰਮ ਉਹਦੇ ਵਿੱਚ ਕੀ ਹੋਣ, ਪ੍ਰਗਟ ਹੋਣ। ਪਰਮੇਸ਼ਰ ਦੇ ਕੰਮ ਇਹਦੇ ਵਿੱਚ ਪ੍ਰਗਟ ਹੋਣ। ਖੁਦਾਵੰਦ ਯਿਸੂ ਮਸੀਹ ਕੌਣ ਹੈ? ਉਹ ਸਾਡਾ ਪਰਮੇਸ਼ਰ ਯਹੋਵਾ। ਔਰ ਹੁਣ ਉਸਨੇ ਕੀ ਕਰਨਾ ਹੈ? ਉਸਨੇ ਜ਼ਮੀਨ ਦੇ ਉੱਤੇ ਥੁੱਕਿਆ, ਥੋੜੀ ਜਿਹੀ ਮਿੱਟੀ ਗਿੱਲੀ ਕੀਤੀ, ਉਹਦੀਆਂ 2 ਗਰੋੜੀਆਂ ਬਣਾਈਆਂ ਔਰ ਉਹਦੀਆਂ ਅੱਖਾਂ ਤੇ ਉਹ ਗਿੱਲੀ ਮਿੱਟੀ ਲਾ ਦਿੱਤੀ ਔਰ ਆਖਿਆ ਜਾ ਸਿਲੋਆਮ ਦੇ ਕੁੰਡ ਵਿੱਚ ਧੋ ਸੁੱਟ। ਜਦੋਂ ਜਾ ਰਿਹਾ ਸੀ ਔਰ ਜਾਂਦੇ ਜਾਂਦੇ, ਕਿਉਂਕਿ ਜਿਹੜਾ ਜਮਾਂਦਰੂ ਅੰਨਾ ਇਹਦੀਆਂ ਅੱਖਾਂ ਦੇ ਵਿੱਚ ਬੌਲ ਜਾਣੇ ਕਿ ਡੇਲੇ ਨਹੀਂ ਹੁੰਦੇ, ਉਹ ਡੇਲੇ ਜਿਹੜੇ ਸੀ ਉਹ ਯਿਸੂ ਨੇ ਗਿੱਲੀ ਕੀਤੀ ਮਿੱਟੀ ਨਾਲ ਜਦੋਂ ਉਹਦੀਆਂ ਅੱਖਾਂ ਤੇ ਲਾ ਦਿੱਤੀ। ਇਹ ਸਿਲੋਆਮ ਦੇ ਕੁੰਡ ਤੱਕ ਜਾਂਦਿਆਂ ਜਾਂਦਿਆਂ ਇਹਦੇ ਡੇਲੇ ਬਣ ਗਏ ਸਨ। ਪ੍ਰਭੂ ਕਿਰਪਾ ਦੇਵੇ। ਔਰ ਜਦੋਂ ਉਹਨੇ ਸਿਲੋਆਮ ਦੇ ਕੁੰਡ ਵਿੱਚ ਜਾ ਕੇ ਨੀਂ ਕੇ ਆਪਣੀਆਂ ਅੱਖਾਂ ਨੂੰ ਛੱਟੇ ਮਾਰਨੇ ਸ਼ੁਰੂ ਕੀਤੇ, ਤੇ ਮੇਰੇ ਭਾਈਓ ਮੇਰੀਓ ਭੈਣੋ, ਇਸ ਅੰਨੇ ਦੀਆਂ ਅੱਖਾਂ ਖੁੱਲ ਗਈਆਂ। ਲਿਖਿਆ ਜਦੋਂ ਆਵੇਗਾ ਤੇ ਉਹ ਅੰਨਿਆਂ ਦੀਆਂ ਅੱਖਾਂ ਨੂੰ ਖੋਲੇਗਾ। ਕੌਣ? ਸਾਡਾ ਖੁਦਾਵੰਦ ਯਿਸੂ ਮਸੀਹ। ਇਸ ਕਰਕੇ ਅੱਜ ਵੀ ਤੁਸੀਂ ਵਿਸ਼ਵਾਸ ਵਿੱਚ ਤਗੜੇ ਹੋ। ਬੇਸ਼ੱਕ ਸਾਰੀ ਦੁਨੀਆ ਦੇ ਉੱਤੇ ਇਹ ਮਹਾਮਾਰੀ ਹੈ, ਸਾਨੂੰ ਵੀ ਇਹਦਾ ਬੜਾ ਦੁੱਖ ਹੈ, ਕਿਉਂਕਿ ਸਾਡੇ ਦੇਸ਼ ਦੇ ਕਿੰਨੇ ਲੋਕ ਜਿਹੜੇ 900 ਤੋਂ ਕਿੰਨੇ ਵੱਧ ਲੋਕ ਮਰ ਗਏ ਨੇ ਔਰ ਕਿੰਨੇ ਅਜੇ ਕਰੋਨਾ ਵਾਇਰਸ ਨਾਲ ਪੀੜਤ ਨੇ ਔਰ ਕਿੰਨੇ ਅਜੇ ਹਸਪਤਾਲਾਂ ਵਿੱਚ ਨੇ ਔਰ ਕਿੰਨੇ ਚੰਗੇ ਹੋਣਗੇ ਜਾਂ ਨਹੀਂ ਹੋਣਗੇ, ਇਹਦੇ ਬਾਰੇ ਕੁਝ ਨਹੀਂ ਹੈ। ਪਰ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, ਜੇ ਤੁਹਾਡਾ ਵਿਸ਼ਵਾਸ ਖੁਦਾਵੰਦ ਯਿਸੂ ਮਸੀਹ ਦੇ ਉੱਤੇ ਹੋਵੇਗਾ ਤੇ ਉਹਨੇ ਪੁਰਾਣੇ ਨੇਮ ਚ ਕਿਹਾ ਹੋਇਆ ਹੈ, ਜਿਹੜੀਆਂ ਬਿਮਾਰੀਆਂ ਮੈਂ ਮਿਸਰੀਆਂ ਉੱਤੇ ਪਾਈਆਂ ਨੇ ਉਹ ਤੁਹਾਡੇ ਉੱਤੇ ਨਹੀਂ ਪਾਵਾਂਗਾ, ਕਿਉਂ ਜੋ ਮੈਂ ਤੁਹਾਡਾ ਨਰੋਇਆ ਕਰਨ ਵਾਲਾ ਪਰਮੇਸ਼ਰ। ਬੇਸ਼ੱਕ ਤੁਸੀਂ ਅੱਜ ਡਾਕਟਰਾਂ ਦੇ ਪਾਸ ਜਾ ਸਕਦੇ ਹੋ, ਬੇਸ਼ੱਕ ਜਾ ਸਕਦੇ ਹੋ, ਪਰ ਯਿਸੂ ਮਸੀਹ ਨੇ ਕਿਹਾ, हे ਸਾਰੇ ਥੱਕੇ ਹੋਇਓ ਅਤੇ ਭਾਰ ਤੇ ਹੇਠ ਦੱਬੇ ਹੋਇਓ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਿਆਂਗਾ। ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਸਾਡੀ ਪ੍ਰਾਰਥਨਾ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਸ ਵਿਸ਼ਵਾਸ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਨ, ਜਿੱਥੇ ਵੀ ਹਨ। ਯਿਸੂ ਮਸੀਹ ਕਦੇ ਕਿਸੇ ਦਾ ਪੱਖਪਾਤ ਨਹੀਂ ਕਰਦਾ। ਉਹ ਪੱਖਪਾਤ ਕਰਨ ਵਾਲਾ ਪਰਮੇਸ਼ਰ ਨਹੀਂ ਹੈ। ਉਹ ਸਾਰੇ ਜਗਤ ਨੂੰ ਪਿਆਰ ਕਰਨ ਵਾਲਾ ਹੈ। ਉਹ ਸਾਰੀ ਦੁਨੀਆ ਨੂੰ ਪਿਆਰ ਕਰਨ ਵਾਲਾ ਹੈ। ਉਹ ਸਾਰਿਆਂ ਤੇ ਕਿਰਪਾ ਕਰਨ ਵਾਲਾ ਹੈ। ਮੇਰੇ ਭਾਈ ਭੈਣੋ, ਅਸੀਂ ਸਾਰੇ ਉਹਦੇ ਉੱਤੇ ਵਿਸ਼ਵਾਸ ਕਰਕੇ ਬਚ ਸਕਦੇ ਹਾਂ। ਜੇ ਸਾਡਾ ਉਹਦੇ ਉੱਤੇ ਵਿਸ਼ਵਾਸ ਹੋਵੇਗਾ, ਤੁਹਾਨੂੰ ਕਿਤੇ ਭੱਜਣ ਦੀ ਲੋੜ ਨਹੀਂ ਹੈ, ਕਿਤੇ ਵੀ ਦੌੜਨ ਦੀ ਲੋੜ ਨਹੀਂ ਹੈ। ਸਿਰਫ ਤੁਸੀਂ ਆਪਣੇ ਘਰ ਵਿੱਚ, ਜੇ ਤੁਸੀਂ ਦੁਖੀ ਹੋ ਤੇ ਯਿਸੂ ਵੇਖ ਰਿਹਾ। ਜੇ ਤੁਹਾਡੇ ਉਹਦੇ ਅੱਗੇ ਤੁਸੀਂ ਬੇਨਤੀ ਕਰ ਰਹੇ ਹੋ, ਪ੍ਰਭੂ ਮੈਨੂੰ ਚੰਗਾ ਕਰ ਦੇ, ਤੇ ਉਹਨੇ ਵਾਅਦਾ ਕੀਤਾ ਹੋਇਆ, ਜਿਹੜੀਆਂ ਬਿਮਾਰੀਆਂ ਮੈਂ ਮਿਸਰੀਆਂ ਉੱਤੇ ਪਾਈਆਂ ਨੇ ਉਹ ਤੁਹਾਡੇ ਉੱਤੇ ਨਹੀਂ ਪਾਵਾਂਗਾ। ਮੈਂ ਤੁਹਾਨੂੰ ਨਰੋਇਆ ਕਰਨ ਵਾਲਾ ਪਰਮੇਸ਼ਰ ਹਾਂ। ਇਸ ਕਰਕੇ ਮਜ਼ਬੂਤ ਹੋਵੋ ਔਰ ਪ੍ਰਭੂ ਦੇ ਵਚਨ ਦੇ ਅਧੀਨ ਹੋ ਜਾਓ, ਕਿਉਂਕਿ ਉਹ ਦਿਨ ਨੇ ਜਦੋਂ ਅਸੀਂ ਗੋਡੇ ਟੇਕ ਸਕਦੇ ਹਾਂ ਔਰ ਆਪਣੇ
ਵਾਸਤੇ, ਆਪਣੇ ਭਰਾਵਾਂ ਭੈਣਾਂ ਵਾਸਤੇ, ਆਪਣੇ ਦੇਸ਼ ਵਾਸਤੇ, ਆਪਣੇ ਲੋਕਾਂ ਵਾਸਤੇ ਅਸੀਂ ਦੁਆ ਕਰ ਸਕਦੇ ਹਾਂ ਔਰ ਕਹਿ ਸਕਦੇ ਹਾਂ, ਪ੍ਰਭੂ ਤੂੰ ਵਾਅਦਾ ਕੀਤਾ ਮੈਂ ਤੁਹਾਨੂੰ ਕਦੇ ਅਨਾਥ ਨਹੀਂ ਛੱਡਾਂਗਾ, ਮੈਂ ਯੁੱਗ ਦੇ ਅੰਤ ਤੱਕ ਹਰ ਵੇਲੇ ਤੁਹਾਡੇ ਨਾਲ ਹੋਵਾਂਗਾ। ਪ੍ਰਭੂ ਤੂੰ ਸਾਡੇ ਨਾਲ ਹੈ, ਅਸੀਂ ਇਹ ਵਾਅਦਾ ਵਿਸ਼ਵਾਸ ਕਰਦੇ ਹਾਂ। ਇਸ ਕਰਕੇ ਅਜੀਜ਼ੋ ਉਸ ਮਿਸਰ ਦੇ ਵਿੱਚੋਂ ਉਹਨਾਂ ਨੂੰ ਲੈ ਕੇ ਆ ਰਿਹਾ ਸੀ, ਉਹ ਲਾਲ ਸਮੁੰਦਰ ਨੂੰ 2 ਹਿੱਸੇ ਕਰਕੇ ਉਹਨਾਂ ਨੂੰ ਪਾਰ ਲਗਾ ਦਿੱਤਾ ਔਰ ਪਾਰ ਲਗਾ ਕੇ ਉਸਨੇ ਫਿਰ ਕਿਹਾ, ਜੇ ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ ਅਤੇ ਮੇਰੀਆਂ ਵਿਧੀਆਂ ਨੂੰ ਮੰਨੋਗੇ ਔਰ ਜੇ ਤੁਸੀਂ ਵਿਸ਼ਵਾਸ ਕਰੋਗੇ, ਜਿਹੜੀਆਂ ਬਿਮਾਰੀਆਂ ਮਿਸਰੀਆਂ ਉੱਤੇ ਪਈਆਂ ਨੇ ਉਹ ਮੈਂ ਤੁਹਾਡੇ ਉੱਤੇ ਨਹੀਂ ਪਾਵਾਂਗਾ, ਮੈਂ ਤੁਹਾਨੂੰ ਨਰੋਇਆ ਕਰਨ ਵਾਲਾ ਪਰਮੇਸ਼ਰ ਹਾਂ। ਔਰ ਲਿਖਿਆ ਹੈ ਇਸ ਅੰਨੇ ਦੇ ਬਾਰੇ, ਇਸ ਅੰਨੇ ਮਨੁੱਖ ਦੇ ਬਾਰੇ ਲਿਖਿਆ ਹੈ, ਔਰ ਉਹਨੇ ਉੱਤਰ ਦਿੱਤਾ ਕਿ ਉਸ ਮਨੁੱਖ ਨੇ ਜਿਹਦਾ ਨਾਮ ਯੀਸ਼ੂ ਹੈ, ਮਿੱਟੀ ਗੋ ਕੇ ਮੇਰੀਆਂ ਅੱਖਾਂ ਉੱਤੇ ਮਲੀ ਔਰ ਮੈਨੂੰ ਆਖਿਆ, ਸਿਲੋਆਮ ਵਿੱਚ ਜਾ ਕੇ ਧੋ ਸੁੱਟ। ਮੈਂ ਜਾ ਕੇ ਧੋ ਸੁੱਟੀਆਂ ਅਤੇ ਮੈਂ ਸਜਾਖਾ ਹੋ ਗਿਆ। ਹਾਲੇਲੂਇਆ। ਅੱਜ ਵੀ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸਭੋ ਕੁਝ ਹੋ ਸਕਦਾ ਹੈ। ਮੇਰੇ ਅਜੀਜ਼ੋ, ਅੱਜ ਭਿਆਨਕ ਬਿਮਾਰੀ ਤੋਂ ਬਚਣ ਦੇ ਲਈ ਆਓ ਅਸੀਂ ਆਪਣੇ ਭੈਣਾਂ ਭਰਾਵਾਂ ਵਾਸਤੇ ਦੁਆ ਕਰੀਏ, ਆਪਣੇ ਦੇਸ਼ ਵਾਸਤੇ ਦੁਆ ਕਰੀਏ, ਆਪਣੇ ਲੋਕਾਂ ਵਾਸਤੇ ਦੁਆ ਕਰੀਏ ਜਿਹੜੇ ਮਾਰੇ ਫਿਰਦੇ ਨੇ ਔਰ ਅੱਜ ਮੌਤ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਨਜ਼ਰ ਆ ਰਹੀ ਹੈ। ਆਓ ਅਸੀਂ ਪ੍ਰਾਰਥਨਾ ਕਰਾਂਗੇ, ਪ੍ਰਭੂ ਤੂੰ ਬਚਾਉਣ ਦੀ ਸ਼ਕਤੀ ਰੱਖਦਾ ਹੈ, ਤੂੰ ਬਚਾਉਣ ਦਾ ਵਾਅਦਾ ਕੀਤਾ ਹੈ। ਅਸੀਂ ਸਾਰੇ ਅੱਖਾਂ ਨੂੰ ਬੰਦ ਕਰਾਂਗੇ ਔਰ ਪ੍ਰਾਰਥਨਾ ਵਿੱਚ ਆਵਾਂਗੇ। ਸਾਡੇ ਜਿਉਂਦੇ ਪਰਮੇਸ਼ਵਰ ਯਿਸੂ ਮਸੀਹ, ਤੇਰਾ ਧੰਨਵਾਦ ਕਰਦੇ ਹਾਂ ਪਿਆਰੇ ਖੁਦਾਵੰਦ, ਅੱਜ ਦੀ ਇਸ ਆਨਲਾਈਨ ਸੰਦੇਸ਼ ਦੇ ਲਈ। ਪ੍ਰਭੂ ਯਿਸੂ ਮਸੀਹ, ਜੋ ਅਸੀਂ ਆਪਣੇ ਭੈਣਾਂ ਭਰਾਵਾਂ ਵਾਸਤੇ ਅੱਧਾ ਘੰਟਾ ਸੰਦੇਸ਼ ਪਾਉਂਦੇ ਹਾਂ, ਪ੍ਰਭੂ ਯਿਸੂ ਮਸੀਹ ਤੂੰ ਉਹਨਾਂ ਸਭਨਾਂ ਨੂੰ ਜੋ ਸੁਣਨਗੇ ਪ੍ਰਭੂ, ਉਹ ਪਿਆਰੇ ਖੁਦਾਵੰਦ ਤੂੰ ਉਹਨਾਂ ਦੇ ਜੀਵਨ ਤੇ ਕਿਰਪਾ ਕਰ। ਉਹ ਫੇਸਬੁੱਕ ਤੇ ਵੀ ਵੇਖ ਸਕਦੇ ਨੇ, ਉਹ YouTube ਤੇ ਵੀ ਵੇਖ ਸਕਦੇ ਨੇ। ਪ੍ਰਭੂ ਯਿਸੂ ਮਸੀਹ ਤੂੰ ਕਿਰਪਾ ਕਰ। ਪਿਆਰੇ ਖੁਦਾਵੰਦਾ, ਹਰੇਕ ਨੂੰ ਬਹੁਤ ਵੱਡੀ ਆਸੀਸ ਦੇ, ਹਰੇਕ ਦੇ ਵਿਸ਼ਵਾਸ ਨੂੰ ਮਜ਼ਬੂਤ ਕਰ ਦੇ, ਕਿਉਂਕਿ ਅੱਜ ਦੁਨੀਆ ਦੇ ਉੱਤੇ ਬਹੁਤ ਦੁੱਖ ਹੈ ਔਰ ਮੈਂ ਕਹਿ ਸਕਦਾ ਸਾਰੀ ਦੁਨੀਆ ਮੌਤ ਦੀ ਛਾਂ ਦੀ ਵਾਦੀ ਬਣ ਚੁੱਕੀ ਹੈ। ਔਰ ਤੇਰਾ ਬੰਦਾ ਕਹਿੰਦਾ ਹੈ, ਜਦੋਂ ਮੈਂ ਮੌਤ ਦੀ ਛਾਂ ਦੀ ਵਾਦੀ ਦੇ ਵਿੱਚੋਂ ਦੀ ਲੰਘਾਂਗਾ ਤੇ ਮੈਂ ਕਿਸੇ ਬਲਾ ਤੋਂ ਨਹੀਂ ਡਰਾਂਗਾ। ਬਹੁਤ ਸਾਰੇ ਭਾਈਆਂ ਭੈਣਾਂ ਨੂੰ ਵਿਸ਼ਵਾਸ ਦੇ, ਤੇਰਾ ਸ਼ੁਕਰ ਹੋਵੇ, ਧੰਨਵਾਦ ਹੋਵੇ। ਤੇਰੇ ਬੱਚੇ ਅੱਜ ਦੇ ਸੰਦੇਸ਼ ਨੂੰ YouTube ਤੋਂ ਵੀ ਸੁਣ ਸਕਣ ਔਰ Facebook ਤੋਂ ਵੀ ਸੁਣ ਸਕਣ। ਪ੍ਰਭੂ ਤੇਰਾ ਧੰਨਵਾਦ ਹੋਵੇ, ਸੁਣਨ ਵਾਲਿਆਂ ਦੇ ਉੱਤੇ ਤੇਰੀ ਕਿਰਪਾ ਹੋਵੇ ਔਰ ਖੁਦਾਵੰਦਾ ਉਹਨਾਂ ਦਾ ਵਿਸ਼ਵਾਸ ਵਧੇ। ਇਹ ਦੁਆ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ।